ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 75ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰਰੀ ਮਹੱਲਾ ਪੰਜਵਾਂ। ਜਿਨ ਕੀਤਾ ਮਾਟੀ ਤੇ ਰਤਨ, ਗਰਭ ਮੇ ਰਾਖਿਆ ਜਿਨ ਕਰ ਜਤਨ। ਜਿੰਦੀ ਨੀ ਸੋਭਾ ਵਡਿਆਈ, ਤਿਸ ਪ੍ਰਭ ਕਿਉ ਆਠ ਪੈਰ ਧਿਆਈ। ਰਮਈਆ ਰਹਿਣ ਸਾਧ ਜਨ ਪਾਵਿਓ, ਗੁਰ ਮਿਲ ਆਪਣਾ ਖਸਮ ਧਿਆਵਿਓ ਰਹਾਓ। ਜਿਨ ਕੀਤਾ ਮੂੜ ਤੇ ਬਖਤਾ, ਜਿਨ ਕੀਤਾ ਬੇਸੁਰਤ ਸੁਰਤਾ। ਜਿਸ ਪ੍ਰਸਾਦ ਨਵੇਂ ਨਿਧ ਪਾਈ, ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਜਿੰਦੀਆ ਨੇ ਥਾਵੇਂ ਕਿਉ ਥਾਨ, ਜਿੰਦੀਆ ਨੇ ਮਾਨੇ ਕਿਉ ਮਾਨ। ਜਿਨ ਕੀਤੀ ਸਭ ਪੂਰਨ ਆਸਾ, ਸਿਮਰਿਓ ਦਿਨ ਰੈਨ ਸਾਸ ਗਰਾਸਾ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਗੁਰ ਪ੍ਰਸਾਦ ਅੰਮ੍ਰਿਤ ਬਿਕ ਖਾਟੀ। ਕਉ ਨਾਨਕ ਇਸ ਤੇ ਕੁਛ ਨਾਹੀ, ਰਾਖਨ ਹਾਰੇ ਕੋ ਸਲਾਹੀ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਗੁਰ ਪ੍ਰਸਾਦ ਅੰਮ੍ਰਿਤ ਬਿਕ ਖਾਟੀ। ਕਉ ਨਾਨਕ ਇਸ ਤੇ ਕੁਛ ਨਾਹੀ, ਰਾਖਨ ਹਾਰੇ ਕੋ ਸਲਾਹੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਹ ਭਾਈ, ਜਿਸ ਵਾਹਿਗੁਰੂ ਨੇ ਸਾਨੂੰ ਮਿੱਟੀ ਤੋਂ ਰਤਨ ਵਰਗਾ ਕੀਮਤੀ ਸਰੀਰ ਦਿੱਤਾ ਹੈ, ਜਿਸ ਨੇ ਮਾਂ ਦੇ ਪੇਟ ਵਿੱਚ ਯਤਨ ਕਰਕੇ ਅਗਨੀ ਵਿੱਚ ਰੱਖਿਆ ਕੀਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਨੇ ਸੰਸਾਰ ਵਿੱਚ ਭੇਜ ਕੇ ਇਤਨੀ ਵਡਿਆਈ ਦਿੱਤੀ ਹੈ ਜੀ, ਮੈਂ ਉਸ ਪਰਮੇਸ਼ਰ ਨੂੰ ਅੱਠੇ ਪੈਰ ਧਿਆਉਂਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਮੇਰੀ ਇਹ ਚਾਹਨਾ ਹੈ ਕਿ ਮੈਂ ਰਮੇ ਹੋਏ ਪਰਮੇਸ਼ਰ ਰਾਮ, ਰਮਈਆ ਮਤਲਬ ਰਮੇ ਹੋਏ, ਰਮੇ ਹੋਏ ਪਰਮੇਸ਼ਰ ਰਾਮ ਦੇ ਸਾਧੂ ਜਨ ਭਾਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਤੋਂ ਧੂੜ ਪ੍ਰਾਪਤ ਕਰਾਂ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਲ ਮਿਲ ਕੇ ਅਪਣਾ ਕੇ ਦੁਆਰਾ ਮੈਂ ਆਪਣੇ ਪਰਮੇਸ਼ਰ ਮਾਲਕ ਨੂੰ ਧਿਆਵਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਵਾਹਿਗੁਰੂ ਨੇ ਮੈਨੂੰ ਮੂਰਖ ਤੋਂ ਵਿਆਖਿਆਕਾਰ ਸਿਆਣਾ ਬਣਾ ਦਿੱਤਾ ਹੈ ਜੀ, ਅਤੇ ਜਿਸ ਨੇ ਮੈਨੂੰ ਬੇਸਮਝ ਤੋਂ ਸਮਝਦਾਰ ਬਣਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਦੀ ਕਿਰਪਾ ਨਾਲ ਮੈਂ ਨੌ ਨਿਧੀਆ ਭਾਵ ਗੁਰਸ਼ਬਦ ਗੁਰਬਾਣੀ ਨਾਮ ਦੀ ਮੋਲਕ ਦਾਤ ਪ੍ਰਾਪਤ ਕੀਤੀ ਹੈ ਜੀ, ਉਹ ਪਰਮੇਸ਼ਰ ਮੇਰੇ ਮਨ ਤੋਂ ਖਿਨ ਭਰ ਲਈ ਵੀ ਨਹੀਂ ਭੁੱਲਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਵਾਹਿਗੁਰੂ ਨੇ ਮੈਨੂੰ ਨਿਥਾਵੇਂ ਨੂੰ ਨਿਵਾਸ ਲਈ ਅਸਥਾਨ ਬਖਸ਼ਿਆ ਹੈ ਜੀ, ਅਤੇ ਜਿਸ ਨੇ ਮੈਂ ਨਿਮਾਣੇ ਨੂੰ ਮਾਣ ਬਖਸ਼ਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ ਜੀ, ਮੈਂ ਉਸ ਨੂੰ ਦਿਨ ਰਾਤ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰਾਹੀਂ ਸਾਸ ਗਰਾਸ ਸਿਮਰਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਦੀ ਕਿਰਪਾ ਨਾਲ ਮੇਰੀ ਮਾਇਆ ਦੀ ਰੱਸੀ ਫਾਹੀ ਕੱਟੀ ਗਈ ਹੈ ਜੀ, ਅਤੇ ਜਿਸ ਦੀ ਕਿਰਪਾ ਨਾਲ ਕੌੜੀ ਜ਼ਹਿਰ ਅੰਮ੍ਰਿਤ ਵਸਤੂ ਬਣ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਬਾਰੇ ਆਖ ਕੇ ਇਸ ਮਾਇਆ ਤੋਂ ਕੁਝ ਨਹੀਂ ਹੋ ਸਕਦਾ ਸੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਕਰਕੇ ਮੈਂ ਕੇਵਲ ਉਸ ਰਾਖਣਹਾਰ ਪਰਮੇਸ਼ਰ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਲਾਹੁੰਦਾ ਹਾਂ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਰਮਈਆ ਰਹਿਣ ਸਾਧ ਜਨ ਪਾਵਿਓ, ਗੁਰਮਿਲ ਆਪਣਾ ਖਸਮ ਧਿਆਵਿਓ। ਹੇ ਭਾਈ,
ਗੁਰੂ ਜੀ ਕਹਿੰਦੇ ਹਨ, ਹੀ ਭਾਈ ਮੇਰੀ ਰੀਝ ਹੈ ਰਮਈਆ ਰਮੇ ਹੋਏ ਪਰਮੇਸ਼ਰ ਰਾਏ ਗੁੜੇ ਹੋਏ ਪਰਮੇਸ਼ਰ ਦੇ ਸਾਧੂ ਜਨਾਂ ਭਾਵ ਗੁਰਸ਼ਬਦ ਗੁਰਬਾਣੀ ਰੂਪ ਸਤਿਗੁਰੂ ਜੀ ਦੀ ਧੂੜ ਪ੍ਰਾਪਤ ਕਰਾਂ ਜੀ ਅਤੇ ਗੁਰਮਤ ਨੂੰ ਅਪਣਾ ਕੇ ਆਪਣੇ ਪਰਮੇਸ਼ਰ ਮਾਲਕ ਨੂੰ ਧਿਆਵਾਂ ਜੀ, ਸਿਮਰਾਂ ਜੀ। ਫਿਰ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ, ਜਿਸ ਪ੍ਰਸਾਦ ਮਾਇਆ ਸਿਲਕ ਘਾਟੀ, ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ। ਭਾਵ ਗੁਰਸ਼ਬਦ ਗੁਰਬਾਣੀ ਦੀ ਨੂੰ ਅਪਣਾ ਕੇ ਉਸ ਦੁਆਰਾ ਗੁਰੂ ਦੀ ਕਿਰਪਾ ਨਾਲ ਕੌੜੀ ਜ਼ਹਿਰ ਗੁਰਸ਼ਬਦ ਗੁਰਬਾਣੀ ਰੂਪ ਅੰਮ੍ਰਿਤ ਵਸਤੂ ਬਣ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਇਸ ਸ਼ਬਦ ਵਿੱਚ ਪਰਮੇਸ਼ਰ ਦੇ ਸ਼ੁਕਰਾਨੇ ਨਾਲ ਸ਼ਬਦ ਦੀਆਂ ਪੰਕਤੀਆਂ ਭਰਪੂਰ ਹਨ ਜੀ। ਪਰਮੇਸ਼ਰ ਦੇ ਉਪਕਾਰ ਅਤੇ ਉਸ ਦੀਆਂ ਬਖਸ਼ਿਸ਼ਾਂ ਅਣਗਿਣਤ ਹਨ ਜੀ। ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, ਜਿੰਦੇ ਨੀ ਸੋਭਾ ਵਡਿਆਈ। ਇਸ ਸੱਚਾਈ ਦਾ ਪ੍ਰਤੱਖ ਪ੍ਰਮਾਣ ਹਨ ਜੀ ਕਿ ਪੰਚਮ ਗੁਰਦੇਵ ਜੀ ਦੇ ਦੀ ਸੋਭਾ ਸਾਰੇ ਪਾਸੇ ਪ੍ਰਗਟ ਹੋ ਚੁੱਕੀ ਸੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਪਰਮੇਸ਼ਰ ਨੇ ਸਾਨੂੰ ਮਨੁੱਖਾ ਰਤਨ ਜਨਮ ਦੇ ਕੇ ਇਸ ਧਰਤੀ ਉੱਤੇ ਸਿੱਖਦਾਰੀ ਕਰਨੀ ਬਖਸ਼ੀ ਹੈ ਜੀ, ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਪਰਮੇਸ਼ਰ ਨੂੰ ਅੱਠੇ ਪੈਰ ਸਾਸ ਗਰਾਸ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਿਮਰੀਏ ਤੇ ਉਸ ਦਾ ਹਰ ਵੇਲੇ ਸ਼ੁਕਰਾਨਾ ਕਰੀਏ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।